ਵਾਹਿਗੁਰੂ। ਸਤਿਨਾਮ। ਵਾਹਿਗੁਰੂ ਸਾਹਿਬ ਜੀਓ। ਪ੍ਰੀਤਮ ਜਾਣ ਲਿਹੁ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ। ਕੋ ਕਾਹੂ ਕੋ ਨਾਹੀ, ਸੁਖ ਮੈਂ ਆਨ ਬਹੁਤ ਮਿਲ ਬੈਠਤ। ਰਹਿਤ ਚਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾਡਿਤ। ਕੋਉ ਨਾ ਆਵਤ ਨੇਰੈ, ਘਰ ਕੀ ਨਾਰ ਬਹੁਤ ਹਿਤ ਜਾਸਿਉ। ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ। ਪ੍ਰੇਤ ਪ੍ਰੇਤ ਕਰ ਭਾਗੀ, ਇਹ ਬਿਦ ਕੋ ਵਿਵਹਾਰ ਬਣਿਓ ਹੈ। ਜਾ ਸਿਉ ਨੇ ਲਗਾਇਆ, ਅੰਤ ਬਾਰ ਨਾਨਕ ਬਿਨ ਹਰਿ ਜੀ। ਕੋਉ ਕਾਮ ਨਾ ਆਇਆ, ਅੰਤ ਬਾਰ ਨਾਨਕ ਬਿਨ ਹਰਿ ਜੀ। ਕੋਉ ਕਾਮ ਨਾ ਆਇਆ, ਸੁਖ ਮੈਂ ਬਹੁ ਸੰਗੀ ਭਏ। ਦੁਖ ਮੈਂ ਸੰਗ ਨਾ ਕੋਏ, ਕਹੋ ਨਾਨਕ ਹਰਿ ਭਜ ਮਨਾ। ਅੰਤ ਸਹਾਈ ਹੋਏ, ਕਹੋ ਨਾਨਕ ਹਰਿ ਭਜ ਮਨਾ। ਅੰਤ ਸਹਾਈ ਹੋਏ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਰੂਹਾਨੀਅਤ ਦੇ ਮੁਜੱਸਮੇ, ਪਰਮ ਕਿਰਪਾਲੂ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਹੋਈ। ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸੱਜ ਕੇ ਧੁਰ ਕੀ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਸਤ ਸੰਗਤ, ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਦੇ ਪਾਵਨ ਸਲੋਕਾਂ ਦੀ ਵਿਚਾਰ ਚੱਲ ਰਹੀ ਹੈ, ਜੋ ਅੱਜ ਦਾ 32 ਨੰਬਰ ਸਲੋਕ, ਸਲੋਕ ਨੰਬਰ 32, ਸਾਹਿਬ ਜੀ ਕਹਿੰਦੇ ਨੇ ਕਿ ਸੁਖ ਮੈਂ ਬਹੁ ਸੰਗੀ ਭਏ। ਦੁਖ ਮੈਂ ਸੰਗ ਨਾ ਕੋਏ। ਕਹੋ ਨਾਨਕ ਹਰਿ ਭਜ ਮਨਾ। ਅੰਤ ਸਹਾਈ ਹੋਏ। ਸੁੱਖ ਦੇ ਵਿੱਚ ਸਾਰੇ ਸਾਥੀ ਨੇ, ਦੁੱਖ ਦੇ ਵਿੱਚ ਸਾਥ ਕੋਈ ਨਹੀਂ ਦਿੰਦਾ। ਇੱਕੋ ਹੀ ਐਸਾ ਹੈ ਜਿਹੜਾ ਇਨਸਾਨ ਨੂੰ ਦੁੱਖ ਦੇ ਵਿੱਚ ਵੀ ਨਹੀਂ ਛੱਡੇਗਾ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਤੂੰ ਉਸ ਨੂੰ ਯਾਦ ਕਰ, ਉਹ ਤੇਰਾ ਸਦਾ ਦਾ ਸਾਥੀ ਬਣ ਜਾਏਗਾ।
ਉਹ ਅਕਾਲ ਪੁਰਖ ਵਾਹਿਗੁਰੂ। ਆਓ ਸਾਧ ਸੰਗਤ, ਸਤਿਗੁਰੂ ਜੀ ਇਹਨਾਂ ਪਾਵਨ ਬਚਨਾਂ ਦੇ ਵਿੱਚ ਸਾਨੂੰ ਕੀ ਸਮਝਾ ਰਹੇ ਨੇ। ਗੁਰੂ ਰਹਿਮਤ ਕਰੇ ਬਖਸ਼ਿਸ਼ ਕੀਤਾ ਹੋਇਆ ਉਪਦੇਸ਼ ਕਿਤੇ ਸਾਡੀ ਸਮਝ ਦੇ ਵਿੱਚ ਆ ਜਾਏ, ਤਾਂ ਕਿ ਇਸ ਉਪਦੇਸ਼ ਨੂੰ ਜੀਵਨ 'ਚ ਕਮਾ ਕੇ ਆਪਣੇ ਜੀਵਨ ਨੂੰ ਆਪਾਂ ਸਫਲ ਬਣਾ ਸਕੀਏ। ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਦਸਮ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੇ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਇਨਸਾਨ ਇਕੱਲਾ ਨਹੀਂ ਰਹਿ ਸਕਦਾ, ਇਹਨੂੰ ਸਾਥ ਦੀ ਲੋੜ ਹੈ। ਜਦੋਂ ਤੋਂ ਪ੍ਰਮਾਤਮਾ ਨੇ ਸੰਸਾਰ ਬਣਾਇਆ ਹੈ, ਉਸ ਸਮੇਂ ਤੋਂ ਆਪਾਂ ਜੇਕਰ ਵਿਚਾਰੀਏ ਤੇ ਇਨਸਾਨ ਇਕੱਲਾ ਕਦੇ ਵੀ ਨਹੀਂ ਰਿਹਾ, ਹਮੇਸ਼ਾ ਹੀ ਇਹ ਸਾਥ ਪਾਲਦਾ ਹੈ। ਤੇ ਜੇਕਰ ਗੌਰ ਦੇ ਨਾਲ ਵਿਚਾਰ ਕਰੀਏ ਤਾਂ ਪਤਾ ਲੱਗੇਗਾ ਕਿ ਇਨਸਾਨ ਦੇ ਜੀਵਨ ਦੇ ਵਿੱਚ 3 ਤਰ੍ਹਾਂ ਦੇ ਲੋਕ ਆਉਂਦੇ ਨੇ। 3 ਤਰ੍ਹਾਂ ਦੇ ਲੋਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ। ਹਰ ਇੱਕ ਇਨਸਾਨ ਦੇ ਨਾਲ ਇਹ ਹੁੰਦਾ ਹੈ, ਇਹ ਨਹੀਂ ਕਿ ਕਿਸੇ ਸਪੈਸੀਫਿਕ ਪਰਸਨ ਦੇ ਨਾਲ ਹੀ ਇਸੇ ਤਰ੍ਹਾਂ ਹੋਏਗਾ। ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ 3 ਲੋਕ ਜ਼ਰੂਰ ਆਉਂਦੇ ਨੇ। ਉਹ 3 ਲੋਕ ਕਿਹੜੇ ਨੇ? ਹੁਣ ਜਦੋਂ ਸਾਥ ਭਾਲਦਾ ਇਨਸਾਨ, ਆਪਣਾ ਕੋਈ ਸਾਥੀ ਲੱਭਦਾ ਏ, ਸਪੋਜ਼ ਕਰ ਲਓ ਕਿ ਤੁਸੀਂ ਕਿਸੇ ਦੂਸਰੇ ਦੇਸ਼ ਦੇ ਵਿੱਚ ਜਾਓ, ਸਫ਼ਰ ਕਰਦਿਆਂ ਕਹਿ ਲਈਏ, ਸਫ਼ਰ ਕਰਦਿਆਂ ਕੋਈ ਐਸਾ ਇਨਸਾਨ ਤੁਹਾਨੂੰ ਮਿਲ ਗਿਆ ਜਿਹਦੇ ਨਾਲ ਤੁਸੀਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਗੱਲਾਂ ਇੰਨੀਆਂ ਗਹਿਰੀਆਂ ਹੋ ਗਈਆਂ ਕਿ ਸਫ਼ਰ ਖਤਮ ਹੋਣ ਤੋਂ ਪਹਿਲਾਂ ਨੰਬਰ ਵੀ ਐਕਸਚੇਂਜ ਕਰ ਲਿਆ, ਮਿੱਤਰਤਾ ਪੈ ਗਈ। ਹੁਣ ਉਹ ਆਪਣੇ ਘਰ ਜਾ ਚੁੱਕਾ ਹੈ, ਤੁਸੀਂ ਆਪਣੇ ਘਰ ਚਲੇ ਗਏ, ਪਰ ਅਜੇ ਵੀ ਫੋਨ ਦੇ ਰਾਹੀਂ ਉਹਦੇ ਨਾਲ ਕੰਟੈਕਟ ਹੁੰਦਾ ਹੈ, ਅਜੇ ਵੀ ਉਹਦੇ ਨਾਲ ਦਿਲ ਦੀ ਗੱਲ ਸਾਂਝੀ ਕੀਤੀ ਜਾਂਦੀ ਹੈ, ਅਜੇ ਵੀ ਉਸ ਨੂੰ ਯਾਦ ਕੀਤਾ ਜਾਂਦਾ ਹੈ, ਅਜੇ ਵੀ ਘਰ ਦੇ ਵਿੱਚ ਬੈਠ ਕੇ ਉਹਦੀਆਂ ਗੱਲਾਂ ਹੁੰਦੀਆਂ ਨੇ। ਤੇ ਕੋਈ ਐਸਾ ਵੀ ਸਮਾਂ ਆਉਂਦਾ ਹੈ ਕਿ ਜਦੋਂ ਉਹਦੇ ਨਾਲ ਕੰਟੈਕਟ ਕਰਕੇ ਮਿਲਣ ਵਾਸਤੇ ਸਮਾਂ ਵੀ ਨਿਰਧਾਰਿਤ ਕਰ ਲਿਆ ਜਾਂਦਾ ਹੈ। ਇਸ ਨੂੰ ਆਪਾਂ ਕਹਾਂਗੇ ਜੀ ਮਿੱਤਰ, ਦੋਸਤ, ਫਰੈਂਡ। ਇਨਸਾਨ ਦੀ ਜ਼ਿੰਦਗੀ ਦੇ ਵਿੱਚ ਦੋਸਤ ਦੀ ਬੜੀ ਖਾਸ ਜਗ੍ਹਾ ਹੈ। ਜਿਹੜੀ ਗੱਲ ਇਨਸਾਨ ਆਪਣੇ ਪਰਿਵਾਰ ਦੇ ਨਾਲ ਨਹੀਂ ਸਾਂਝੀ ਕਰ ਸਕਦਾ, ਪਰਿਵਾਰ ਦੀ ਤਾਂ ਗੱਲ ਹੀ ਛੱਡੋ, ਜਿਹੜੀ ਗੱਲ ਆਪਣੀ ਪਤਨੀ ਦੇ ਨਾਲ ਜਾਂ ਆਪਣੇ ਪਤੀ ਦੇ ਨਾਲ ਨਹੀਂ ਸਾਂਝੀ ਕੀਤੀ ਜਾ ਸਕਦੀ, ਉਹ ਗੱਲ ਦੋਸਤ ਦੇ ਨਾਲ ਸਾਂਝੀ ਹੋ ਜਾਂਦੀ ਹੈ। ਬੜਾ ਖਾਸ ਮਹੱਤਵ ਹੈ ਦੋਸਤ ਦਾ ਇਨਸਾਨ ਦੀ ਜ਼ਿੰਦਗੀ ਦੇ ਵਿੱਚ। ਕੋਈ ਐਸਾ ਇਨਸਾਨ ਦੁਨੀਆ ਦੇ ਵਿੱਚ ਨਹੀਂ ਹੋਏਗਾ ਜਿਹਦੀ ਜ਼ਿੰਦਗੀ ਦੇ ਵਿੱਚ ਕੋਈ ਦੋਸਤ ਨਾ ਹੋਵੇ, ਕੋਈ ਫਰੈਂਡ ਨਾ ਹੋਵੇ। ਪਰਿਵਾਰ ਦੇ ਨਾਲ ਭਾਵੇਂ ਬਹੁਤਾ ਮੋਹ ਨਾ ਹੋਵੇ, ਰਿਸ਼ਤੇਦਾਰਾਂ ਦੇ ਨਾਲ ਭਾਵੇਂ ਬਹੁਤਾ ਮੋਹ ਨਾ ਹੋਵੇ, ਪਰ ਕੁਝ ਐਸੇ ਦੋਸਤ ਹੋਇਆ ਕਰਦੇ ਨੇ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਦੇ ਨਾਲ ਬੜਾ ਪਿਆਰ ਹੁੰਦਾ ਹੈ, ਉਹਨਾਂ ਦੇ ਉੱਤੇ ਸਾਡਾ ਵਿਸ਼ਵਾਸ ਵੀ ਬੜਾ ਹੁੰਦਾ ਹੈ। ਇੱਕ ਮਿੱਤਰ ਹੈ। ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਮਿੱਤਰ ਜ਼ਰੂਰ ਹੋਏਗਾ, ਕਿਉਂਕਿ ਉਹਦੇ ਨਾਲ ਸਾਡੇ ਵਿਚਾਰ ਮਿਲਦੇ ਪਏ ਨੇ, ਉਹਦੇ ਨਾਲ ਸਾਡੇ ਦਿਲ ਦੀ ਸਾਂਝ ਹੈ, ਕਨੈਕਸ਼ਨ ਜੁੜਿਆ ਹੋਇਆ ਹੈ। ਦੂਜਾ ਇਨਸਾਨ ਹੈ ਜੀ, ਜਿਸ ਨੂੰ ਆਮ ਸ਼ਬਦਾਵਲੀ ਦੇ ਵਿੱਚ ਦੁਸ਼ਮਣ ਕਹਿ ਦਿੱਤਾ ਜਾਂਦਾ ਹੈ, ਐਨੀਮੀ। ਜਿਹਦੇ ਨਾਲ ਸਾਡੇ ਵਿਚਾਰ ਨਹੀਂ ਮਿਲਦੇ, ਜਾਂ ਜਿਸ ਨੂੰ ਮੈਂ ਕੋਈ ਗੱਲ ਕਹੀ, ਯਾਦ ਰਹੇ, ਜਿਸ ਨੂੰ ਕੋਈ ਗੱਲ ਕਹੀ, ਉਸ ਨੂੰ ਮੇਰੀ ਕਹੀ ਹੋਈ ਗੱਲ ਜਿਹੜੀ ਹੈ ਚੰਗੀ ਨਹੀਂ ਲੱਗੀ, ਉਹ ਮੇਰੀ ਉਸ ਗੱਲ ਦੇ ਨਾਲ, ਉਸ ਵਿਚਾਰ ਦੇ ਨਾਲ ਐਗਰੀ ਨਹੀਂ ਹੋਇਆ, ਗੁੱਸਾ ਕਰ ਗਿਆ, ਦੁਸ਼ਮਣੀ ਪੈ ਜਾਏਗੀ। ਇਨਸਾਨ ਮਿੱਤਰ ਵੀ ਬਣਾਉਂਦਾ ਹੈ ਜ਼ਿੰਦਗੀ ਦੇ ਵਿੱਚ, ਤੇ ਦੁਸ਼ਮਣ ਵੀ ਬਣ ਜਾਂਦੇ ਨੇ। ਦੁਸ਼ਮਣ ਬਣਾਏ ਆਪਣੇ ਆਪ ਨਹੀਂ ਬਣਾਉਂਦਾ, ਬਣ ਜਾਂਦੇ ਨੇ। ਕੁਝ ਐਸੀਆਂ ਗੱਲਾਂ ਜ਼ੁਬਾਨ ਤੋਂ ਨਿਕਲ ਆਉਂਦੀਆਂ ਨੇ, ਜਾਂ ਕੁਝ ਐਸੇ ਕੰਮ ਹੱਥ ਤੋਂ ਹੋ ਜਾਂਦੇ ਨੇ ਜਿਨ੍ਹਾਂ ਦੇ ਕਰਕੇ ਕਿਸੇ ਦੂਸਰੇ ਨੂੰ ਨੁਕਸਾਨ ਪਹੁੰਚਦਾ ਹੈ, ਜਾਂ ਕਿਸੇ ਦੂਸਰੇ ਨੂੰ ਮੇਰੀ ਗੱਲ ਚੰਗੀ ਨਹੀਂ ਲੱਗਦੀ, ਉਹ ਗੁੱਸਾ ਕਰ ਲੈਂਦਾ ਹੈ ਤੇ ਦੁਸ਼ਮਣੀ ਜਨਮ ਲੈ ਲੈਂਦੀ ਹੈ। ਤੀਜੇ ਹੋਇਆ ਕਰਦੇ ਨੇ ਸਾਧ ਸੰਗਤ ਅਜਨਬੀ, ਸਟ੍ਰੇਂਜਰਸ। ਇਹਨਾਂ ਦਾ ਜੀਵਨ ਦੇ ਵਿੱਚ ਕੋਈ ਖਾਸ ਸਥਾਨ ਨਹੀਂ ਹੋਇਆ ਕਰਦਾ, ਆਏ ਗਏ, ਚਲੇ ਗਏ, ਜ਼ਿੰਦਗੀ ਦੇ ਵਿੱਚ ਕੋਈ ਫਰਕ ਨਹੀਂ ਪਿਆ। ਦੋਨਾਂ ਦਾ ਬੜਾ ਮਹੱਤਵ ਹੈ, ਦੋਸਤ ਦਾ ਤੇ ਦੁਸ਼ਮਣ ਦਾ। ਦੁਸ਼ਮਣ ਹਮੇਸ਼ਾ ਇਸ ਤਾਕ ਦੇ ਵਿੱਚ ਰਹੇਗਾ ਕਿ ਕਦੋਂ ਮੈਨੂੰ ਮੌਕਾ ਮਿਲੇ ਤੇ ਮੈਂ ਇਹਦਾ ਨੁਕਸਾਨ ਕਰਾਂ, ਕਦੋਂ ਮੈਨੂੰ ਮੌਕਾ ਮਿਲੇ ਤੇ ਇਹਨੂੰ ਮੈਂ ਨੀਵਾਂ ਦਿਖਾਵਾਂ,
ਤੇ ਦੁਸ਼ਮਣ ਦੀ ਮਿੱਤਰ ਦੀ ਇਹ ਹਮੇਸ਼ਾ ਕੋਸ਼ਿਸ਼ ਹੋਏਗੀ ਕਿ ਮੇਰੇ ਮਿੱਤਰ ਦਾ ਕਿਤੇ ਬੁਰਾ ਨਾ ਹੋਏ, ਉਹ ਭਲਾ ਹੀ ਲੋਚੇਗਾ ਜੇਕਰ ਚੰਗਾ ਮਿੱਤਰ ਹੈ। ਇਹਨਾਂ ਮਿੱਤਰਾਂ ਦੇ ਵਿੱਚੋਂ ਹੁਣ ਖਿਆਲ ਕਰੋ, ਕਿਤੇ ਆਪਣੇ ਵੱਲ ਵੀ ਝਾਤ ਮਾਰ ਕੇ ਦੇਖੀਏ ਤੇ ਪਤਾ ਲੱਗੇਗਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਐਸੇ ਖਾਸ ਮਿੱਤਰ ਹੋਣਗੇ ਜਿਨ੍ਹਾਂ ਦੇ ਨਾਲ ਸਾਡੇ ਦਿਲ ਦੀ ਗੱਲ ਸਾਂਝੀ ਹੈ, ਕਰਦੇ ਹਾਂ ਉਹਦੇ ਨਾਲ ਦਿਲ ਦੀਆਂ ਗੱਲਾਂ। ਪਰ ਖਿਆਲ ਕਰਿਓ ਸਾਧ ਸੰਗਤ, ਜਿਤਨੀ ਦੋਸਤੀ ਗਹਿਰੀ ਹੋਏਗੀ ਨਾ, ਜਿਤਨੀ ਦੋਸਤੀ ਡੀਪ ਹੋਏਗੀ, ਤੇ ਜਦੋਂ ਕਿਤੇ ਉਹ ਦੋਸਤੀ ਟੁੱਟਦੀ ਹੈ, ਜਦੋਂ ਕਿਤੇ ਰੱਬ ਨਾ ਕਰੇ ਐਸੀ ਦੋਸਤੀ ਟੁੱਟਦੀ ਹੈ, ਉਹ ਜਦੋਂ ਫਿਰ ਦੁਸ਼ਮਣੀ ਦੇ ਵਿੱਚ ਕਨਵਰਟ ਹੁੰਦੀ ਹੈ ਨਾ, ਤਾਂ ਫਿਰ ਉਹ ਦੁਸ਼ਮਣੀ ਵੀ ਬੜੀ ਗਹਿਰੀ ਹੋਇਆ ਕਰਦੀ ਜੀ, ਬੜੀ ਡੀਪ ਹੋਇਆ ਕਰਦੀ ਹੈ। ਜਿਤਨੀ ਦੋਸਤੀ ਗਹਿਰੀ ਹੋਏਗੀ, ਜੇਕਰ ਬਾਏ ਚਾਂਸ ਉਹ ਦੋਸਤੀ ਟੁੱਟਦੀ ਹੈ, ਕਿਉਂਕਿ ਸਤਿਗੁਰਾਂ ਦਾ ਬਚਨ ਹੈ ਬੜਾ ਪਿਆਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਪਾਤਸ਼ਾਹ ਜੀ ਪਤਾ ਕੀ ਕਹਿੰਦੇ? ਕਹਿੰਦੇ ਟੂਟ ਪ੍ਰੀਤ ਗਈ ਬੁਰ ਬੋਲ। ਜਨਮਾਂ ਦਾ ਪਿਆਰ ਸੀ, ਜਨਮਾਂ ਦੀ ਦੋਸਤੀ, ਇੱਦਾਂ ਕਹਿ ਲਈਏ ਕਿ ਬਚਪਨ ਤੋਂ ਇਕੱਠੇ ਖੇਡੇ, ਇੱਕ ਹੀ ਸਕੂਲ ਦੇ ਵਿੱਚ ਸਟੱਡੀ ਕੀਤੀ, ਇੱਕ ਹੀ ਕਲਾਸ ਦੇ ਵਿੱਚ, ਇੱਕ ਹੀ ਬੈਂਚ ਦੇ ਉੱਤੇ ਬੈਠ ਕੇ ਪੜ੍ਹਾਈ ਕੀਤੀ ਹੈ, ਇੱਕ ਹੀ ਕਾਲਜ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ ਪੜ੍ਹੇ, ਇੱਕ ਹੀ ਆਫਿਸ ਦੇ ਵਿੱਚ ਦੋਸਤੀ ਨੌਕਰੀ ਕੀਤੀ ਹੈ। ਪਰ ਇੰਨੇ ਸਾਲਾਂ ਦੀ ਦੋਸਤੀ, ਬੜਾ ਗਹਿਰਾ ਪਿਆਰ ਬਣ ਗਿਆ। ਹੋਇਆ ਕੀ ਕਿ ਕਿਸੇ ਇੱਕ ਦੋਸਤ ਦੀ ਜ਼ੁਬਾਨ ਤੋਂ ਐਸਾ ਕੋਈ ਲਫ਼ਜ਼ ਨਿਕਲ ਆਇਆ ਜਿਹੜਾ ਦੂਸਰੇ ਦੋਸਤ ਨੂੰ ਚੰਗਾ ਨਹੀਂ ਲੱਗਾ, ਤੇ ਸਤਿਗੁਰੂ ਜੀ ਕਹਿੰਦੇ ਫਿਰ ਉਹ ਇਸ ਇੱਕ ਵਰਡ ਨੇ ਕਹਿ ਲਈਏ, ਇੱਕ ਬੋਲ ਨੇ, ਇੱਕ ਸੈਂਟੈਂਸ ਨੇ ਕਹਿ ਲਈਏ ਭਾਵੇਂ, ਉਹ ਬਚਪਨ ਦਾ ਜਿਹੜਾ ਪਿਆਰ ਤੁਰਿਆ ਆ ਰਿਹਾ ਸੀ, ਦੋਸਤੀ ਚੱਲੀ ਆ ਰਹੀ ਸੀ, ਇਸ ਸਟੇਜ ਤੇ ਆ ਕੇ ਉਸ ਇੱਕ ਲਫ਼ਜ਼ ਨੇ, ਇੱਕ ਬੋਲ ਨੇ ਉਸ ਦੋਸਤੀ ਨੂੰ ਤੋੜ ਦਿੱਤਾ। ਤੇ ਜਦੋਂ ਦੋਸਤੀ ਟੁੱਟਦੀ ਹੈ ਤੇ ਉਹ ਦੁਸ਼ਮਣੀ ਦੇ ਵਿੱਚ ਕਨਵਰਟ ਹੋਏਗੀ। ਫਿਰ ਉਹਦੀ ਨਜ਼ਰ ਦੇ ਵਿੱਚ ਜਿਸ ਨੇ ਕੋਈ ਗਲਤ ਲਫ਼ਜ਼ ਯੂਜ਼ ਕੀਤਾ ਹੈ, ਉਹ ਚੰਗਾ ਨਹੀਂ ਲੱਗੇਗਾ, ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਸੋ ਸਤਿਗੁਰੂ ਜੀ ਕੀ ਸਮਝਾਉਂਦੇ ਨੇ? ਕਹਿੰਦੇ ਨੇ ਤੇਰੀ ਜ਼ਿੰਦਗੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਆਉਂਦੇ ਨੇ, ਮਿੱਤਰ ਵੀ ਹੋਣਗੇ, ਕੁਝ ਦੁਸ਼ਮਣ ਵੀ ਹੋਣਗੇ, ਕੁਝ ਅਜਨਬੀ ਵੀ ਹੋਣਗੇ, ਪਰ ਖਿਆਲ ਕਰੀ ਇਹਨਾਂ ਸਾਰਿਆਂ ਦੇ ਵਿੱਚੋਂ ਤੇਰਾ ਸਾਥ ਕੋਈ ਦੇਣ ਵਾਲਾ ਨਹੀਂ। ਇਹਨਾਂ ਸਾਰਿਆਂ ਦੇ ਵਿੱਚੋਂ ਜੇਕਰ ਕਹੇ ਕਿ ਤੇਰਾ ਕੋਈ ਸਦਾ ਦਾ ਸਾਥੀ ਬਣ ਜਾਵੇ, ਐਸਾ ਸਾਥੀ ਬਣੇ ਜਿਹੜਾ ਤੇਰਾ ਸਾਥ ਛੱਡੇ ਹੀ ਕਦੀ ਨਾ, ਸਤਿਗੁਰੂ ਜੀ ਕਹਿੰਦੇ ਐਸਾ ਹੋਣ ਵਾਲਾ ਨਹੀਂ, ਇਹ ਸਾਰੇ ਹੀ ਸਾਥ ਛੱਡ ਜਾਣ ਵਾਲੇ ਨੇ। ਬਾਬਾ ਫਰੀਦ ਜੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਪਤਾ ਕੀ ਕਿਹਾ? ਕਹਿਣ ਲੱਗੇ, ਫਰੀਦਾ ਗੱਲੀ ਸੋ ਸੱਜਣ ਵੀ, ਇੱਕ ਢੂੰਢੇਂਦੀ ਨਾ ਲਹਾਂ। ਬਾਬਾ ਫਰੀਦ ਜੀ ਕਹਿੰਦੇ ਵੈਸੇ ਜੇਕਰ ਗੱਲ ਕੀਤੀ ਜਾਵੇ ਤੇ ਮੇਰੀ ਜ਼ਿੰਦਗੀ 'ਚ ਬੜੇ ਦੋਸਤ ਨੇ, ਸਾਡੀ ਜ਼ਿੰਦਗੀ 'ਚ ਵੀ ਨੇ। ਅੱਜ ਸੋਸ਼ਲ ਮੀਡੀਆ ਦਾ ਸਮਾਂ ਹੈ, ਟੈਕਨੋਲੋਜੀ ਦਾ ਸਮਾਂ ਹੈ, ਤੇ ਸਤ ਸੰਗਤ ਹਰ ਇੱਕ ਦਾ, ਮੋਸਟਲੀ ਹਰ ਇੱਕ ਦਾ ਫੇਸਬੁੱਕ, ਇੰਸਟਾਗ੍ਰਾਮ ਜਾਂ ਟਵਿੱਟਰ ਅਕਾਊਂਟ ਹੋਏਗਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਫਰੈਂਡ ਹੋਣਗੇ ਸਾਡੀ ਲਿਸਟ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਫੋਲੋਅਰਸ ਹੋਣਗੇ। ਪਰ ਬਾਬਾ ਫਰੀਦ ਜੀ ਕਹਿੰਦੇ ਇੱਕ ਢੂੰਢੇਂਦੀ ਨਾ ਲਹਾਂ, ਕੋਈ ਇੱਕ ਐਸਾ ਜਿਹਦੇ ਨਾਲ ਮੈਂ ਆਪਣੇ ਦਿਲ ਦੀ ਗੱਲ ਸਾਂਝੀ ਕਰ ਸਕਾਂ, ਕੋਈ ਇੱਕ ਐਸਾ ਜਿਹੜਾ ਸਦਾ ਵਾਸਤੇ ਮੇਰਾ ਸਾਥ ਦੇ ਸਕੇ, ਕੋਈ ਇੱਕ ਐਸਾ ਜਿਹੜਾ ਮੁਸੀਬਤ ਵਿੱਚ ਵੀ ਮੇਰਾ ਸਾਥ ਨਾ ਛੱਡ ਕੇ ਜਾਵੇ, ਐਸਾ ਕੋਈ ਨਜ਼ਰ ਹੀ ਨਹੀਂ ਆਉਂਦਾ। ਜ਼ਿੰਦਗੀ ਦੇ ਵਿੱਚ ਤਾਂ ਬਹੁਤ ਨੇ, ਗਿਣਤੀ ਕੋਈ ਨਹੀਂ, ਹਜ਼ਾਰਾਂ ਦੀ ਗਿਣਤੀ ਵਿੱਚ ਨੇ, ਪਰ ਕੋਈ ਇੱਕ ਐਸਾ ਨਜ਼ਰ ਨਹੀਂ ਆ ਰਿਹਾ ਜਿਹਦੇ ਉੱਤੇ ਮੈਨੂੰ ਇਹ ਵਿਸ਼ਵਾਸ ਹੋਵੇ ਕਿ ਇਹ ਮੇਰਾ ਮਿੱਤਰ, ਇਹ ਮੇਰਾ ਦੋਸਤ ਜਿਹੜਾ ਹੈ, ਇਹ ਸਦਾ ਵਾਸਤੇ ਸਾਥ ਦੇਗਾ। ਹੈ ਹੀ ਕੋਈ ਨਹੀਂ। ਇਸੇ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਬਚਨ ਆਪਾਂ ਪੜ੍ਹੀਏ, ਸ਼ਬਦ ਗੁਰੂ ਸਾਹਿਬ ਦਾ ਬੜਾ ਪਿਆਰਾ। ਪਾਤਸ਼ਾਹ ਜੀ ਕਹਿੰਦੇ, ਪ੍ਰੀਤਮ ਜਾਣ ਲਿਹੋ ਮਨ ਮਾਹੀ। ਇਹ ਗੱਲ ਆਪਣੇ ਅੰਦਰ ਗੁਰੂ ਸਾਹਿਬ ਕਹਿੰਦੇ ਪੱਕੇ ਤੌਰ ਤੇ ਵਸਾ ਲੈ, ਇਸ ਨੂੰ ਆਪਣੇ ਹਿਰਦੇ ਦੇ ਵਿੱਚ ਸਦਾ ਵਾਸਤੇ ਟਿਕਾ ਲਾ। ਕਿਹੜੀ ਜੀ? ਆਪਣੇ ਹੀ ਸੁਖ ਸਿਉ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਯਾਦ ਰਹੇ, ਕੁਝ ਮਿੱਤਰਤਾ ਐਸੀ ਵੀ ਹੁੰਦੀ ਹੈ, ਸਪੋਜ਼ ਕਰ ਲਓ ਅੱਜ ਤੁਹਾਡੇ ਕੋਲ ਪੈਸਾ ਹੈ, ਦੌਲਤ ਹੈ, ਅੱਜ ਤੁਸੀਂ ਸੁਖੀ ਹੋ, ਅੱਜ ਤੁਹਾਡੇ ਜੀਵਨ ਦੇ ਵਿੱਚ ਸੁੱਖ ਨੇ, ਤੇ ਤੁਹਾਡੇ ਕੋਲ ਹਰ ਕੋਈ ਆਣ ਕੇ ਬੈਠੇਗਾ, ਹਰ ਕੋਈ ਆਣ ਕੇ ਤੁਹਾਡੇ ਨਾਲ ਗੱਲਬਾਤ ਕਰੇਗਾ, ਤੁਹਾਡਾ ਹਾਲ ਚਾਲ ਪੁੱਛੇਗਾ। ਪਰ ਕੱਲ ਨੂੰ ਜਦੋਂ ਕਿਤੇ ਸਮਾਂ ਚੇਂਜ ਹੋਇਆ,
ਜਿਹੜਾ ਸੁੱਖ ਸੀ ਉਹ ਦੁੱਖ ਦੇ ਵਿੱਚ ਕਨਵਰਟ ਹੋਇਆ, ਜਿਹੜੀ ਦੌਲਤ ਸੀ, ਜਿਹੜਾ ਪੈਸਾ ਸੀ ਕੋਲ, ਉਹ ਚਲਾ ਗਿਆ, ਹੁਣ ਕੁਝ ਵੀ ਨਹੀਂ ਹੈ। ਤੇ ਸਾਹਿਬ ਜੀ ਕਹਿੰਦੇ ਉਸ ਟਾਈਮ ਤੇ ਜਿਹੜੇ ਕੋਲ ਆਣ ਕੇ ਬੈਠਿਆ ਕਰਦੇ ਸਨ ਉਹ ਵੀ ਚਲੇ ਜਾਂਦੇ ਨੇ, ਉਹ ਵੀ ਕੋਈ ਕੋਲ ਨਹੀਂ ਜੀ ਆਣ ਕੇ ਬੈਠਦਾ ਲੱਗੇ। ਕਿਤੇ ਖਿਆਲ ਕਰਿਓ, ਆਪਾਂ ਨੇਚਰ ਵੱਲ ਧਿਆਨ ਮਾਰੀਏ ਨਾ। ਸਤ ਸੰਗਤ, ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਬੜਾ ਪਿਆਰਾ ਮੈਂ ਸਾਂਝਾ ਕਰਾਂ, ਹੋ ਸਕਦਾ ਹੈ ਅੱਗੇ ਵੀ ਤੁਹਾਡੇ ਨਾਲ ਇਹ ਸਾਂਝ ਪਾਈ ਹੋਵੇ ਇਸ ਬਚਨ ਦੀ, ਮੈਂ ਦੁਬਾਰਾ ਰਿਮਾਈਂਡ ਕਰਵਾ ਦੇਵਾਂ। ਸਤਿਗੁਰੂ ਜੀ ਕਹਿੰਦੇ, ਮੈਂ ਕੀ ਦੇਖਦਾ ਕਿ ਇੱਕ ਪਾਣੀ ਦਾ ਤਲਾਬ ਹੈ, ਪਾਣੀ ਦੀ ਇੱਕ ਪੌਂਡ ਛੋਟੀ ਜਿਹੀ, ਉਹਦੇ ਆਸੇ-ਪਾਸੇ ਬੜਾ ਹਰਿਆ ਭਰਿਆ ਘਾਹ ਏ, ਬੜੇ ਫੁੱਲ ਉੱਥੇ ਖਿੜੇ ਹੋਏ ਨੇ। ਜਦੋਂ ਫੁੱਲ ਖਿੜਦੇ ਨੇ ਤਾਂ ਇਹ ਨੈਚੁਰਲੀ ਹੈ ਕਿ ਜਿਹੜੇ ਭੌਰੇ ਨੇ, ਭੌਰੇ ਮੀਨਸ ਬੰਬਲ ਵੀ, ਉਹ ਆਣ ਕੇ ਫੁੱਲਾਂ ਦੇ ਉੱਤੇ ਬੈਠ ਕੇ ਉਹਨਾਂ ਦਾ ਰਸ ਜ਼ਰੂਰ ਚੂਸਣਗੇ, ਸੁਗੰਧੀ ਦਾ ਰਸ ਮਾਣਨਗੇ। ਬੜੀ ਉੱਥੇ ਹਰਿਆਵਲ ਹੈ, ਦੇਖ ਕੇ ਅੱਖਾਂ ਨੂੰ, ਮਨ ਨੂੰ ਬੜਾ ਸਕੂਨ ਮਿਲਦਾ ਪਿਆ ਹੈ। ਤੇ ਉਸ ਰੱਬ ਦੇ ਗੁਣ ਗਾਉਂਦਿਆਂ ਗਾਉਂਦਿਆਂ ਗੁਰੂ ਨਾਨਕ ਸਾਹਿਬ ਕਹਿੰਦੇ, ਮੈਂ ਅੱਗੇ ਚਲਾ ਗਿਆ, ਸਮਾਂ ਆਪਣੀ ਚਾਲ ਚੱਲਦਾ ਗਿਆ। ਕੁਝ ਸਮੇਂ ਬਾਅਦ ਦੁਬਾਰਾ ਉਸੇ ਰਸਤੇ ਕੋਲੋਂ ਲੰਘਣ ਦਾ ਸੁਭਾਗ ਮਿਲਿਆ ਤੇ ਕੀ ਦੇਖਦਾ ਕਿ ਅੱਜ ਉਹ ਜਿਹੜੀ ਹਰਿਆਵਲ ਸੀ ਉਹ ਹਰਿਆਵਲ ਨਜ਼ਰ ਨਹੀਂ ਆ ਰਹੀ। ਉਹ ਜਿਹੜੇ ਕਿਸੇ ਟਾਈਮ ਤੇ ਫੁੱਲ ਖਿੜੇ ਹੋਏ ਸੀ ਉਹ ਫੁੱਲ ਨਜ਼ਰ ਨਹੀਂ ਆ ਰਹੇ, ਉੱਥੇ ਬਿਲਕੁਲ ਸੋਕਾ ਪਿਆ ਹੋਇਆ ਹੈ। ਪਹਿਲਾਂ ਕੀ ਸੀ ਕਿ ਬੰਬਲ ਵੀ ਆਣ ਕੇ ਬੈਠਦੇ ਪਏ ਸੀ, ਫੁੱਲਾਂ ਦਾ ਰਸ ਚੂਸਦੇ ਪਏ ਸੀ, ਹੁਣ ਕੋਈ ਉੱਥੇ ਬੰਬਲ ਵੀ ਨਹੀਂ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਬਿਲਕੁਲ ਹੁੰਦਾ ਇਸੇ ਤਰ੍ਹਾਂ ਹੀ ਹੈ। ਜਦੋਂ ਤੇ ਜੀਵਨ 'ਚ ਹਰਿਆਵਲ ਹੋਵੇ, ਜਦੋਂ ਤਾਂ ਜੀਵਨ ਦੇ ਵਿੱਚ ਸੁੱਖ ਹੋਏ, ਜਦੋਂ ਤਾਂ ਮੇਰੇ ਕੋਲ ਪੈਸਾ ਹੋਵੇ, ਦੌਲਤ ਹੋਵੇ, ਹਰ ਕੋਈ ਆਣ ਕੇ ਮੇਰੇ ਕੋਲ ਬੈਠੇਗਾ, ਮੇਰੀ ਗੱਲ ਸੁਣੇਗਾ। ਪਰ ਜਦੋਂ ਜੀਵਨ ਦੇ ਵਿੱਚੋਂ ਚਲਾ ਜਾਂਦਾ ਹੈ ਨਾ ਸੁੱਖ ਤੇ ਪੈਸਾ, ਸਤਿਗੁਰੂ ਜੀ ਕਹਿੰਦੇ ਫਿਰ ਕੋਈ ਨਹੀਂ ਜੀ ਆਣ ਕੇ ਕੋਲ ਬੈਠਦਾ, ਸਾਰੇ ਦੂਰ ਦੌੜਦੇ ਨੇ, ਕੋਈ ਨਹੀਂ ਸਾਥ ਦੇਣ ਵਾਲਾ ਨੇੜੇ ਆਉਂਦਾ। ਪੁਕਾਰਾਂ ਵੀ, ਆਵਾਜ਼ ਵੀ ਮਾਰਾਂ ਤਾਂ ਵੀ ਕੋਈ ਨਹੀਂ ਆਏਗਾ। ਜਦੋਂ ਸੁੱਖ ਸੀ ਇੱਕ ਨੂੰ ਆਵਾਜ਼ ਮਾਰਦਾ ਸੀ, 10 ਆਉਂਦੇ ਸੀ। ਅੱਜ 10 ਨੂੰ ਆਵਾਜ਼ ਮਾਰਦਾ ਕੋਈ ਵੀ ਨਹੀਂ, ਆਵਾਜ਼ ਆਉਂਦਾ ਕੋਈ ਨਹੀਂ, ਆਉਣਾ ਤਾਂ ਕੀ ਸੁਣਦਾ ਹੀ ਕੋਈ ਨਹੀਂ ਹੈ, ਧਿਆਨ ਹੀ ਕੋਈ ਨਹੀਂ ਦਿੰਦਾ, ਇਗਨੋਰ ਹੀ ਕਰ ਦਿੰਦਾ। ਕਿਉਂ? ਕਿਉਂਕਿ ਸਿਚੁਏਸ਼ਨ ਚੇਂਜ ਹੋ ਗਈ ਹੈ। ਸਤਿਗੁਰੂ ਜੀ ਕਹਿੰਦੇ ਇਹ ਦੁਨੀਆ ਦੇ ਮਿੱਤਰ ਜਿਹੜੇ ਤੂੰ ਬਣਾ ਕੇ ਬੈਠਾ ਨਾ, ਉਹਨਾਂ ਦੀ ਰਿਐਲਿਟੀ ਇੰਨੀ ਕੁ ਹੈ। ਜਦੋਂ ਤੱਕ ਤੇਰੇ ਜੀਵਨ 'ਚ ਸੁੱਖ ਹੋਏਗਾ, ਆਰਾਮ ਹੋਏਗਾ, ਪੈਸਾ ਹੋਏਗਾ, ਹਰ ਕੋਈ ਤੇਰੀ ਗੱਲ ਸੁਣੇਗਾ। ਸਤਿਗੁਰਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਆਥ ਹੋਏ ਤਾਂ ਮੁਗਧ ਸਿਆਣਾ। ਆਥ ਕਹਿੰਦੇ ਨੇ ਦੌਲਤ ਨੂੰ, ਪੈਸੇ ਨੂੰ। ਸਤਿਗੁਰੂ ਜੀ ਕਹਿੰਦੇ ਸਪੋਜ਼ ਕਰ ਲਓ ਕਿਸੇ ਮੂਰਖ ਦੇ ਕੋਲ, ਮੁਗਧ ਦਾ ਮਤਲਬ ਹੈ ਮੂਰਖ, ਕਿਸੇ ਮੂਰਖ ਦੇ ਕੋਲ ਪੈਸਾ ਬਹੁਤ ਹੈ। ਤੇ ਸਾਹਿਬ ਜੀ ਕਹਿੰਦੇ ਜਿਹਦੇ ਕੋਲ ਪੈਸਾ ਆ ਗਿਆ ਹੈ, ਭਾਵੇਂ ਉਹ ਮੂਰਖ ਹੀ, ਪਰ ਉਹ ਪੈਸੇ ਨੇ ਉਸ ਨੂੰ ਸਿਆਣਾ ਬਣਾ ਦਿੱਤਾ। ਕਿਸ ਤਰ੍ਹਾਂ ਸਿਆਣਾ ਬਣਾ ਦਿੱਤਾ ਸਮਝਿਓ ਇਸ ਗੱਲ ਨੂੰ ਥੋੜ੍ਹਾ ਜਿਹਾ। ਹੈ ਮੂਰਖ, ਪੈਸਾ ਬੜਾ ਹੈ, ਮੈਨੂੰ ਉਹਦੇ ਨਾਲ ਕੋਈ ਮਤਲਬ ਹੈ, ਮੈਨੂੰ ਪਤਾ ਹੈ ਕਿ ਇਹ ਬੰਦਾ ਜਿਹੜਾ ਮੂਰਖ ਹੈ ਇਹਨੇ ਸਿਆਣੀ ਗੱਲ ਕਰਨੀ ਹੀ ਕੋਈ ਨਹੀਂ, ਪਰ ਮੈਂ ਆਪਣਾ ਮਤਲਬ ਲੈ ਕੇ ਉਹਦੇ ਕੋਲ ਜਾ ਰਿਹਾ। ਤੇ ਜਦੋਂ ਉਹ ਕੋਈ ਗੱਲ ਕਰੇਗਾ ਨਾ, ਭਾਵੇਂ ਮੂਰਖਾਂ ਵਾਲੀ ਹੱਦ ਨੀਵੇਂ ਦਰਜੇ ਦੀ ਗੱਲ ਕਰੇ, ਮੈਂ ਫਿਰ ਵੀ ਉਹਦੀ ਵਡਿਆਈ ਕਰਾਂਗਾ। ਕਿਉਂ? ਕਿਉਂਕਿ ਉਹਦੇ ਨਾਲ ਮੈਨੂੰ ਮਤਲਬ ਹੈ। ਪੈਸੇ ਨੇ ਉਸ ਮੂਰਖ ਨੂੰ ਵੀ ਸਿਆਣਾ ਬਣਾ ਦਿੱਤਾ। ਤੇ ਸਾਧ ਸੰਗਤ, ਜਦੋਂ ਪੈਸਾ ਜਾਂਦਾ ਹੈ ਨਾ, ਫਿਰ ਇਨਸਾਨ ਉਸ ਮੂਰਖ ਨੂੰ ਉਹਦੀ ਰਿਐਲਿਟੀ ਦਿਖਾਉਂਦਾ ਹੈ ਕਿ ਤੂੰ ਸੀ ਮੂਰਖ, ਹੈ ਮੂਰਖ ਤੇ ਰਹੇਗਾ ਮੂਰਖ ਹੀ। ਹਾਂ, ਜਦੋਂ ਤੇਰੇ ਕੋਲ ਕੁਝ ਸੀ ਉਦੋਂ ਤੇਰੀਆਂ ਮੂਰਖਾਂ ਵਾਲੀਆਂ ਗੱਲਾਂ ਵੀ ਸਾਨੂੰ ਇਹ ਕਹਿ ਕੇ ਕਿ ਤੂੰ ਬੜਾ ਸਿਆਣਾ ਹੈ ਮੰਨਣੀਆਂ ਪੈਂਦੀਆਂ ਸੀ ਜ਼ਿੰਦਗੀ ਦੇ ਵਿੱਚ, ਕਿਉਂਕਿ ਉਸ ਟਾਈਮ ਤੇ ਤੇਰੇ ਨਾਲ ਕੋਈ ਮਤਲਬ ਹੋਇਆ ਕਰਦਾ ਸੀ, ਪਰ ਹੁਣ ਹੈ ਕੋਈ ਨਹੀਂ, ਜੀਵਨ 'ਚ ਸਭ ਕੁਝ ਚਲਾ ਗਿਆ। ਸਤਿਗੁਰੂ ਜੀ ਕਹਿੰਦੇ ਸੰਸਾਰ ਦੀ ਰਿਐਲਿਟੀ ਇੰਨੀ ਕੁ ਹੈ। ਜਦੋਂ ਤਾਂ ਜੀਵਨ 'ਚ ਸੁੱਖ ਹੈ ਉਦੋਂ ਤਾਂ ਸਾਰੇ ਆਣ ਕੇ ਕੋਲ ਬੈਠਣਗੇ, ਪਰ ਪਤਾ ਉਦੋਂ ਲੱਗਦਾ ਜੇ। ਸਿਆਣੇ ਕਹਿੰਦੇ ਨੇ ਜੇਕਰ ਕਿਸੇ ਆਪਣੇ ਦੀ ਪਹਿਚਾਣ ਕਰਨੀ ਹੋਵੇ ਨਾ ਕਿ ਆਪਣਾ ਕੌਣ ਹੈ, ਜਦੋਂ ਇਹ ਪਤਾ ਕਰਨਾ ਹੋਵੇ ਕਿ ਮੇਰਾ ਆਪਣਾ ਕੌਣ ਹੈ, ਮਨ ਕਰਕੇ ਮੇਰੇ ਨਾਲ ਕੌਣ ਜੁੜਿਆ ਹੋਇਆ ਹੈ, ਤੇ ਪਤਾ ਉਦੋਂ ਲੱਗਦਾ ਜੇ ਜਦੋਂ ਜ਼ਿੰਦਗੀ 'ਚ ਕੋਈ ਦੁੱਖ ਆਉਂਦਾ ਹੈ। ਸੁੱਖ ਦੇ ਵਿੱਚ ਤਾਂ ਸਾਰੇ ਹੀ ਕਹਿਣਗੇ ਮੈਂ ਤੇਰਾ, ਕੋਈ ਗੱਲ ਹੀ ਨਹੀਂ, ਚਿੰਤਾ ਨਾ ਕਰ। ਇੱਕ ਐਗਜ਼ਾਮਪਲ ਦੇਵਾਂ ਮੈਂ ਹਿਸਟਰੀ ਦੇ ਵਿੱਚੋਂ। ਭਗਵਾਨ ਈਸਾ ਜੀ ਦਾ ਨਾਮ ਸਾਰਿਆਂ ਨੇ ਸੁਣਿਆ ਜੀ, ਕ੍ਰਾਈਸਟ, ਜੀਸਸ ਕ੍ਰਾਈਸਟ।
ਉਹਨਾਂ ਦੇ ਨਾਲ ਪਿਆਰ ਕਰਨ ਵਾਲੇ ਬਹੁਤ ਬਹੁਤ ਉਹਨਾਂ ਦੇ ਫਾਲੋਅਰਸ ਨੇ। ਖਿਆਲ ਕਰਿਓ, ਮੈਂ ਕਿਸੇ ਧਰਮ ਦੇ ਉੱਤੇ ਉਂਗਲ ਨਹੀਂ ਜੇ ਕਰ ਰਿਹਾ, ਮੈਂ ਸਿਰਫ ਇੱਕ ਐਗਜ਼ਾਮਪਲ ਲੈਣੀ ਹੈ ਕਿ ਜਦੋਂ ਜੀਵਨ 'ਚ ਦੁੱਖ ਆਉਂਦਾ ਹੈ, ਜਿਹੜੇ ਕਿਤੇ ਸੁੱਖ ਦੇ ਟਾਈਮ ਤੇ ਕਹਿੰਦੇ ਨੇ ਕਿ ਮੈਂ ਤੇਰੇ ਨਾਲ ਹਰ ਸਮੇਂ ਖੜਾ ਹੋਵਾਂਗਾ, ਜਦੋਂ ਜੀਵਨ 'ਚ ਦੁੱਖ ਆਉਂਦਾ ਹੈ ਨਾ ਸਾਧ ਸੰਗਤ, ਸਭ ਤੋਂ ਪਹਿਲਾਂ ਸਾਥ ਹੀ ਉਹ ਛੱਡ ਕੇ ਜਾਂਦੇ ਜੀ। ਅੱਜ ਜੀਸਸ ਕ੍ਰਾਈਸਟ ਜਿਹੜੇ ਨੇ ਉਹ ਪਕੜੇ ਹੋਏ ਨੇ, ਉਹਨਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਕਿ ਕੱਲ੍ਹ ਨੂੰ ਇਹਨਾਂ ਨੂੰ ਸਲੀਬ ਤੇ ਕ੍ਰਾਸ ਤੇ ਚੜਾ ਦਿੱਤਾ ਜਾਏਗਾ। ਕ੍ਰਾਸ ਤੇ ਚੜਾਉਣਾ ਮਤਲਬ ਮੌਤ। ਉਸ ਰਾਤ ਉਹਨਾਂ ਦੇ ਨਾਲ ਉਹਨਾਂ ਦੇ 13 ਚੇਲੇ ਸੀ, ਸਟੂਡੈਂਟ ਸੀ, ਉਹਨਾਂ ਦੇ ਫਾਲੋਅਰ ਸੀ 13। ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਨਾ ਕਿ ਜੀਸਸ ਤਾਂ ਸਲੀਬ ਤੇ ਕ੍ਰਾਸ ਤੇ ਚੜਾਏ ਜਾਣਗੇ, ਕੱਲ੍ਹ ਨੂੰ ਸਜ਼ਾ ਮਿਲੇਗੀ, ਤੇ ਸਜ਼ਾ ਉਹਨਾਂ ਨੂੰ ਵੀ ਮਿਲੇਗੀ ਜਿਹੜੇ ਉਹਨਾਂ ਦੇ ਨਾਲ ਹੋਣਗੇ। ਤੇ ਖਿਆਲ ਕਰਿਓ ਸਾਧ ਸੰਗਤ, ਜਦੋਂ ਸੁੱਖ ਸੀ, ਲੋਕ ਆਣ ਕੇ ਜੀਸਸ ਕ੍ਰਾਈਸਟ ਦੇ ਅੱਗੇ ਝੁਕਦੇ ਪਏ ਸੀ, ਉਦੋਂ ਇਹ 13 ਦੇ 13 ਜਿਹੜੇ ਚੇਲੇ ਸਟੂਡੈਂਟ ਨੇ ਨਾਲ ਨੇ। ਪਰ ਜਦੋਂ ਅੱਜ ਸਜ਼ਾ ਸੁਣਾ ਦਿੱਤੀ ਗਈ ਕਿ ਕੱਲ੍ਹ ਨੂੰ ਇਹਨਾਂ ਦੇ ਨਾਲ ਹੋਏਗਾ, ਪਤਾ ਲੱਗਾ, ਤੇ ਖਿਆਲ ਕਰਿਓ ਹਿਸਟਰੀ ਕਹਿੰਦੀ ਹੈ ਕਿ ਉਹ 13 ਦੇ 13 ਰਾਤੋਂ ਰਾਤ ਉਹਨਾਂ ਦਾ ਸਾਥ ਛੱਡ ਕੇ ਚਲੇ ਗਏ। ਇੱਕ ਆਮ ਇਨਸਾਨ ਦੀ ਤਾਂ ਗੱਲ ਹੀ ਛੱਡੋ, ਸਾਡੇ ਵਰਗੇ ਦੀ ਕੀ ਹੈ, ਜਿਨ੍ਹਾਂ ਨੂੰ ਭਗਵਾਨ ਸਮਝ ਕੇ, ਸਨ ਆਫ ਗੋਡ ਸਮਝ ਕੇ ਉਹਨਾਂ ਦਾ ਸਤਿਕਾਰ ਕੀਤਾ ਜਾ ਰਿਹਾ, ਰਿਸਪੈਕਟ ਕੀਤੀ ਜਾ ਰਹੀ ਹੈ, ਜਦੋਂ ਉਹਨਾਂ ਦੇ ਉੱਤੇ ਕੋਈ ਦੁੱਖ ਆਇਆ, ਉਹਨਾਂ ਦੇ ਸਟੂਡੈਂਟ ਛੱਡ ਕੇ ਚਲੇ ਗਏ। ਤੇ ਖਿਆਲ ਕਰੋ, ਜਦੋਂ ਕਿਤੇ ਸਾਡੇ ਜੀਵਨ 'ਚ ਦੁੱਖ ਆਏਗਾ, ਔਖਾ ਸਮਾਂ ਆਏਗਾ, ਸਾਡੇ ਨਾਲ ਕੀ ਹੋਏਗਾ? ਕੌਣ ਦੇਏਗਾ ਸਾਥ ਸਾਡਾ? ਜਿਹੜੇ ਕਹਿੰਦੇ ਨੇ ਕਿ ਚਿੰਤਾ ਨਾ ਕਰ, ਉਹ ਚਿੰਤਾ ਦੇ ਵਿੱਚ ਪਾ ਕੇ ਜਾਣਗੇ, ਹੋਰ ਡੁਬੋ ਕੇ ਜਾਣਗੇ ਚਿੰਤਾ ਦੇ ਵਿੱਚ। ਤੇ ਖਿਆਲ ਕਰਿਓ, ਅੱਜ ਤੱਕ ਉਹ 13 ਜਿਹੜਾ ਨੰਬਰ ਹੈ ਨਾ, ਉਹ ਕ੍ਰਿਸਚਨ ਸੁਸਾਇਟੀ ਦੇ ਵਿੱਚ ਬੜਾ ਮਨਹੂਸ ਮੰਨਿਆ ਜਾਂਦਾ ਜੇ। ਚੰਡੀਗੜ੍ਹ, ਇੰਡੀਆ ਦੇ ਵਿੱਚ ਜਿਹੜਾ ਚੰਡੀਗੜ੍ਹ ਸ਼ਹਿਰ ਹੈ, ਇੱਕ ਅੰਗਰੇਜ਼ ਨੇ ਬਣਾਇਆ। ਸਾਰੇ ਸੈਕਟਰ ਤੁਹਾਨੂੰ ਮਿਲਣਗੇ, 22, 17 ਸਾਰੇ ਸੈਕਟਰ ਮਿਲਣਗੇ, ਪਰ 13 ਨੰਬਰ ਸੈਕਟਰ ਨਹੀਂ ਮਿਲੇਗਾ ਤੁਹਾਨੂੰ ਪੂਰੇ ਚੰਡੀਗੜ੍ਹ ਦੇ ਵਿੱਚ। ਰੀਜ਼ਨ ਸਿਰਫ ਉਹ 13 ਨੰਬਰ ਉਹਨਾਂ ਵਾਸਤੇ ਮਾੜਾ ਹੋ ਗਿਆ, ਜਿਨ੍ਹਾਂ ਨੇ ਜੀਸਸ ਕ੍ਰਾਈਸਟ ਦਾ ਉਹਨਾਂ ਦੇ ਔਖੇ ਸਮੇਂ ਦੇ ਵਿੱਚ ਸਾਥ ਛੱਡ ਦਿੱਤਾ। ਤੇ ਸਾਧ ਸੰਗਤ, ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਪ੍ਰੀਤਮ ਜਾਣ ਲਿਹੋ ਮਨ ਮਾਹੀ। ਇਹ ਗੱਲ ਆਪਣੇ ਮਨ ਦੇ ਵਿੱਚ ਪੱਕੇ ਤੌਰ ਤੇ ਵਸਾਲਾ ਕਿ ਆਪਣੇ ਹੀ ਸੁਖ ਸਿਉ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਸਾਰੇ ਮਤਲਬ ਕਰਕੇ ਜੁੜੇ ਹੋਏ ਜੇ, ਮੋਸਟਲੀ ਕੋਈ ਕਿਸੇ ਦਾ ਨਹੀਂ ਜੇ ਬਣਦਾ। ਮੂੰਹ ਤੋਂ ਸਾਰੇ ਮਿੱਠੇ ਹੋਣਗੇ, ਪਰ ਕਹਿੰਦੇ ਨੇ ਨਾ, ਖੰਡ ਖਾਣ ਦੇ ਵਿੱਚ ਮਿੱਠੀ ਹੋਇਆ ਕਰਦੀ ਹੈ। ਤੇ ਇਹ ਖੰਡ ਹੀ ਜਿਹੜੀ ਹੈ ਨੁਕਸਾਨ ਕਰਦੀ ਹੈ। ਕਦੇ ਨਮਕ ਨੇ ਸ਼ੂਗਰ ਨਹੀਂ ਜੇ ਕੀਤੀ, ਕਦੇ ਨਮਕ ਨੇ ਡਾਇਬਟੀਜ਼ ਨਹੀਂ ਜੇ ਕੀਤੀ। ਖੰਡ ਹੀ, ਸ਼ੂਗਰ ਹੀ ਡਾਇਬਟੀਜ਼ ਦਾ ਰੀਜ਼ਨ ਬਣਦੀ ਹੈ। ਆ ਜਿਹੜੇ ਬੜੀਆਂ ਮੂੰਹ ਤੋਂ ਮਿੱਠੀਆਂ ਗੱਲਾਂ ਕਰਦੇ ਨੇ ਨਾ, ਇਹੀ ਤੁਹਾਡੇ ਜੀਵਨ ਦਾ ਸਰਵਨਾਸ਼ ਕਰਨਗੇ। ਬਚ ਕੇ ਰਹਿਣਾ। ਸਤਿਗੁਰੂ ਜੀ ਕਹਿੰਦੇ ਨੇ, ਕੋ ਕਾਹੂ ਕੋਈ ਕਿਸੇ ਦਾ ਨਹੀਂ ਜੇ ਹੈਗਾ ਅੱਜ ਦੇ ਸਮੇਂ। ਅੱਜ ਦਾ ਸਮਾਂ ਹੀ ਬੜਾ ਭਿਆਨਕ ਹੈ। ਕੋਈ ਸਮਾਂ ਸੀ ਸਾਧ ਸੰਗਤ ਜਦੋਂ ਪਿਆਰ ਹੋਇਆ ਕਰਦਾ ਸੀ ਆਪਸ ਦੇ ਵਿੱਚ, ਪਰ ਅੱਜ ਉਹ ਸਮਾਂ ਨਹੀਂ ਰਹਿ ਗਿਆ। ਅੱਜ ਤਾਂ ਸਾਰੇ ਹੀ, ਜੇ ਮੈਂ ਲਫ਼ਜ਼ ਯੂਜ਼ ਕਰ ਲਾਂ, ਕਿ ਸਾਰੇ ਹੀ ਤਕਰੀਬਨ ਮੋਸਟਲੀ ਮਤਲਬੀ ਜੇ ਬਣ ਕੇ ਰਹਿ ਗਏ ਆ, ਤੇ ਇਹਦੇ ਵਿੱਚ ਕੋਈ ਅਤ ਕਥਨੀ ਨਹੀਂ। ਸਤਿਗੁਰੂ ਜੀ ਕਹਿੰਦੇ, ਸੁਖ ਮੈਂ ਆਣ ਬਹੁਤ ਮਿਲ ਬੈਠਤ। ਜਦੋਂ ਸੁੱਖ ਸੀ, ਬੜੇ ਆਣ ਕੇ ਬੈਠਦੇ ਸੀ ਕੋਲ, ਹਰ ਕੋਈ ਆਣ ਕੇ ਹਾਲ ਚਾਲ ਪੁੱਛਦਾ ਸੀ। ਪਤਾ ਕੀ ਕਹਿਣਗੇ? ਮੈਂ ਕੋਲੋਂ ਦੀ ਲੰਘਦਾ ਪਿਆ ਸਾਂ, ਸੋਚਿਆ ਚਲੋ ਹਾਲ ਚਾਲ ਹੀ ਪੁੱਛਦਾ ਜਾਵਾਂ। ਹਾਲ ਚਾਲ ਐਵੇਂ ਨਹੀਂ ਪੁੱਛਦਾ ਪਿਆ। ਅੱਜ ਜੀਵਨ 'ਚ ਸੁੱਖ ਨੇ ਤਾਂ ਹਾਲ ਚਾਲ ਪੁੱਛਿਆ ਜਾ ਰਿਹਾ। ਸੁਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਬਿਪਤ ਪਰੀ। ਬਿਪਤ ਮੀਨਸ ਕੋਈ ਪ੍ਰੋਬਲਮ ਆ ਗਈ, ਕੋਈ ਦੁੱਖ ਆ ਗਿਆ ਜੀਵਨ 'ਚ। ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇੜੇ। ਆਵਾਜ਼ਾਂ ਮਾਰਦਾ, ਹੁਣ ਨੇੜੇ ਕੋਈ ਨਹੀਂ ਆਉਂਦਾ। ਪਤਾ ਹੈ ਨਾ ਇਹ ਦੁਖੀ ਹੈ, ਤੇ ਜੇਕਰ ਇਹਦੇ ਕੋਲ ਗਏ ਤੇ ਇਹਨੇ ਆਪਣਾ ਹੀ ਦੁੱਖ ਸੁਣਾਉਣਾ ਹੈ, ਮੇਰੇ ਕੋਲੋਂ ਹੈਲਪ ਮੰਗੇਗਾ, ਤੇ ਮੈਂ ਹੈਲਪ ਇਹਦੀ ਕਰਨੀ ਨਹੀਂ ਚਾਹੁੰਦਾ। ਸਤਿਗੁਰੂ ਜੀ ਕਹਿੰਦੇ, ਆਮ ਬੰਦੇ ਦੀ ਤਾਂ ਗੱਲ ਹੀ ਛੱਡੋ, ਘਰ ਕੀ ਨਾਰ ਬਹੁਤ ਹਿੱਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਘਰ ਦੀ ਪਤਨੀ ਜਿਹੜੀ ਹੈ ਉਹ ਵੀ ਸਾਥ ਛੱਡ ਜਾਂਦੀ ਹੈ। ਤੇ ਸਤਿਗੁਰੂ ਜੀ ਕਹਿੰਦੇ, ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾ ਸਿਓ ਨੇ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ। ਇੱਕ ਰੱਬ ਤੋਂ ਬਿਨਾ, ਇੱਕ ਗੁਰੂ ਤੋਂ ਬਿਨਾ ਕਿਸੇ ਨੇ ਸਾਥ ਨਹੀਂ ਜੀ ਦੇਣਾ।
ਸਤਿਗੁਰੂ ਜੀ ਕਹਿੰਦੇ ਮਿੱਤਰ ਘਨੇਰੇ ਕਰ ਥੱਕੀ ਮੇਰਾ ਦੁੱਖ ਕਾਟੈ ਕੋਈ। ਮੈਂ ਬੜੇ ਮਿੱਤਰ ਬਣਾਏ, ਪਰ ਉਹਨਾਂ ਬੜਿਆਂ ਮਿੱਤਰਾਂ ਦੇ ਵਿੱਚੋਂ ਮੈਨੂੰ ਕੋਈ ਐਸਾ ਨਹੀਂ ਲੱਭਦਾ ਜਿਹੜਾ ਮੇਰਾ ਦੁੱਖ ਦੂਰ ਕਰੇ, ਜਿਹੜਾ ਮੇਰਾ ਦੁੱਖ ਸੁਣੇ, ਮੈਨੂੰ ਆਣ ਕੇ ਧੀਰਜ ਦੇਵੇ, ਹੌਸਲਾ ਦੇਵੇ ਕਿ ਚਿੰਤਾ ਨਾ ਕਰ। ਐਸਾ ਕੋਈ ਵੀ ਨਜ਼ਰ ਨਹੀਂ ਆਉਂਦਾ। ਤੇ ਐਸਾ ਹੋਏਗਾ ਕੌਣ? ਸਤਿਗੁਰੂ ਜੀ ਕਹਿੰਦੇ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ। ਰੱਬ ਤੋਂ ਬਿਨਾਂ ਕਿਸੇ ਨੇ ਕੰਮ ਨਹੀਂ ਜੇ ਆਉਣਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜੋ ਪਾਵਨ ਸ਼ਲੋਕ ਹੈ, ਇਹੀ ਗੱਲ ਸਾਹਿਬ ਜੀ ਸਾਨੂੰ ਸਮਝਾਉਂਦੇ ਪਏ ਨੇ। ਕਹਿੰਦੇ ਸੁਖ ਮੈਂ ਬਹੁ ਸੰਗੀ ਪਏ, ਬੜੇ ਸਾਥੀ ਬਣ ਜਾਂਦੇ ਨੇ ਸੁੱਖ 'ਚ, ਦੁੱਖ ਮੈਂ ਸੰਗ ਨਾ ਕੋਏ। ਦੁੱਖ ਦੇ ਵਿੱਚ ਕੋਈ ਨਹੀਂ ਜੀ ਸਾਥ ਦਿੰਦਾ। ਕਹੋ ਨਾਨਕ ਹਰ ਭਜਮਨ ਅੰਤ ਸਹਾਈ ਹੋਏ। ਤੂੰ ਕਹਿੰਦੇ ਉਸ ਰੱਬ ਦੀ ਯਾਦ ਵਿੱਚ ਜੁੜ, ਉਸ ਰੱਬ ਨੂੰ ਆਪਣਾ ਮਿੱਤਰ ਬਣਾ ਲਾ। ਤੇ ਜਿਸ ਦਿਨ ਤੇਰਾ ਮਿੱਤਰ ਰੱਬ ਬਣ ਗਿਆ, ਜਿਸ ਦਿਨ ਤੇਰਾ ਮਿੱਤਰ ਗੁਰੂ ਬਣ ਗਿਆ, ਉਸ ਦਿਨ ਚਿੰਤਾ ਹੀ ਕੋਈ ਨਹੀਂ, ਉਹ ਤੇਰਾ ਸਾਥ ਕਦੇ ਵੀ ਨਹੀਂ ਛੱਡੇਗਾ। ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਗੱਲ ਕਹੀ, ਜ਼ਫਰਨਾਮਾ ਕਿਤੇ ਪੜ੍ਹੀਏ ਤੇ ਜ਼ਫਰਨਾਮੇ ਦੇ ਵਿੱਚ ਸਾਹਿਬ ਜੀ ਬੜੀ ਪਿਆਰੀ ਗੱਲ ਕਹਿੰਦੇ ਨੇ। ਆ ਹੁਣੇ ਹੀ ਆਪਾਂ ਭਾਈ ਸਾਹਿਬ ਜੀ ਦੇ ਪਾਸੋਂ ਸ਼ਬਦ ਸਰਵਣ ਕੀਤਾ ਨਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਠ ਖੇੜਿਆਂ ਦਾ ਰਹਿਣਾ। ਦੁੱਖ ਦੇ ਸਮੇਂ ਦੇ ਵਿੱਚ ਵੀ ਰੱਬ ਨੂੰ, ਮੁਸ਼ਕਲਾਂ ਭਰਿਆ ਸਮਾਂ ਹੈ, ਫਿਰ ਵੀ ਰੱਬ ਨੂੰ ਯਾਦ ਕਰਕੇ ਉਸ ਮਿੱਤਰ ਨੂੰ ਯਾਦ ਕਰਦੇ ਪਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਔਰੰਗਜ਼ੇਬ ਨੂੰ ਕਿਹਾ, ਔਰੰਗਜ਼ੇਬ ਤੈਨੂੰ ਆਪਣੀ ਫੌਜ ਦੇ ਉੱਤੇ ਭਰੋਸਾ ਹੋਏਗਾ, ਤੈਨੂੰ ਆਪਣੇ ਜਰਨੈਲਾਂ ਦੇ ਉੱਤੇ ਵਿਸ਼ਵਾਸ ਹੋਏਗਾ, ਪਰ ਖਿਆਲ ਕਰੀ ਮੇਰਾ ਸਾਥੀ ਮੇਰਾ ਮਾਲਕ ਅਕਾਲ ਪੁਰਖ ਹੈ। ਜੇਕਰ ਤੈਨੂੰ ਆਪਣੀ ਫੌਜ ਆਪਣੇ ਜਰਨੈਲਾਂ ਤੇ ਵਿਸ਼ਵਾਸ ਹੈ ਤੇ ਮੈਨੂੰ ਭਰੋਸਾ ਉਸ ਅਕਾਲ ਪੁਰਖ ਤੇ ਹੈ। ਤੇ ਜਿਹੜਾ ਅਕਾਲ ਪੁਰਖ ਨੂੰ ਆਪਣਾ ਮਿੱਤਰ ਬਣਾ ਲੈਂਦਾ ਨਾ ਸਾਧ ਸੰਗਤ, ਉਹ ਜੀਵਨ ਦੇ ਵਿੱਚ ਕਦੇ ਡੋਲਦਾ ਨਹੀਂ ਜੇ। ਜਿਸ ਚਾਹੇ ਕਿਸੇ ਤਰ੍ਹਾਂ ਦਾ ਵੀ ਸਮਾਂ ਆ ਜਾਏ, ਸੰਗੀ ਸਾਥੀ ਸਾਥ ਛੱਡ ਜਾਣਗੇ, ਪਰ ਉਹ ਰੱਬ, ਉਹ ਗੁਰੂ ਹਮੇਸ਼ਾ ਹੀ ਅੰਦਰੋਂ ਸਾਥ ਦਿੰਦਾ ਹੈ। ਤੇ ਜਿਸ ਦਾ ਸਾਥੀ ਗੁਰੂ ਬਣ ਗਿਆ, ਸਤਿਗੁਰੂ ਜੀ ਕਹਿੰਦੇ ਉਹਦਾ ਜ਼ਿੰਦਗੀ ਦੇ ਵਿੱਚ, ਸੰਸਾਰ ਦੇ ਵਿੱਚ ਕੋਈ ਬੁਰਾ ਨਹੀਂ ਜੇ ਕਰ ਸਕਦਾ। ਬਚਨ ਆਪਾਂ ਬੜਾ ਪਿਆਰਾ ਪੜ੍ਹਦੇ ਵੀ ਹਾਂ, ਕੀਰਤਨ ਰੂਪ ਦੇ ਵਿੱਚ ਵੀ ਸੁਣਦੇ ਹਾਂ। ਤੇ ਸਾਧ ਸੰਗਤ ਕੀ ਕਹਿੰਦੇ ਨੇ ਸਤਿਗੁਰੂ ਜੀ? ਕਹਿੰਦੇ ਜਾ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ। ਕਹਿੰਦੇ ਮੇਰੇ ਮਾਲਕਾ ਤੂੰ ਮੇਰਾ ਮਿੱਤਰ ਬਣ ਜਾ, ਮੈਨੂੰ ਕਿਸੇ ਦੀ ਕੋਈ ਪਰਵਾਹ ਹੀ ਨਹੀਂ ਹੈ। ਹੋਰ ਕੋਈ ਮੇਰਾ ਮਿੱਤਰ ਹੋਵੇ ਨਾ ਹੋਵੇ, ਜੇਕਰ ਤੂੰ ਮੇਰਾ ਮਿੱਤਰ ਬਣ ਗਿਆ, ਜੇ ਤੂੰ ਮਿੱਤਰ ਅਸਾਡੜਾ, ਜੇ ਤੂੰ ਮੇਰਾ ਮਿੱਤਰ ਬਣ ਗਿਆ, ਇੱਕ ਭੋਰੀ ਨਾ ਵਿਛੋੜ। ਖਿਆਲ ਕਰੀ ਮੇਰੇ ਮਾਲਕ ਮੇਰੇ ਨਾਲੋਂ ਵਿਛੋੜਾ ਨਾ ਪਾਈ, ਤੂੰ ਮੇਰਾ ਮਿੱਤਰ ਬਣ। ਤੇ ਜਿਸ ਦਿਨ ਉਹ ਮਿੱਤਰ ਬਣਦਾ ਹੈ, ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਜਾ ਕਉ ਮੁਸ਼ਕਲ ਅਤ ਬਣੈ, ਢੋਈ ਕੋਏ ਨਾ ਦੇ। ਲਾਗੂ ਹੋਏ ਦੁਸ਼ਮਣਾ ਸਾਕ ਭੇ ਭੱਜ ਖਲੇ, ਸਭ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤਤੀ ਵਾਓ। ਸਾਰੇ ਸਾਥ ਛੱਡ ਕੇ ਚਿੰਤਾ ਕੋਈ ਨਹੀਂ। ਜੇ ਰੱਬ ਵੱਲ ਹੈ, ਸਾਹਿਬ ਜੀ ਕਹਿੰਦੇ ਤਤੀ ਹਵਾ ਤੱਕ ਨਹੀਂ ਲੱਗੇਗੀ, ਤਾਤੀ ਵਾਓ ਨਾ ਲੱਗੀ, ਪਾਰ ਬ੍ਰਹਮ ਸ਼ਰਨਾਈ, ਚੌ ਗਿਰਦ ਹਮਾਰੈ ਰਾਮਕਾਰ, ਦੁੱਖ ਲੱਗਿਆ ਨਾ ਪਾਈ। ਸਤਿਗੁਰੂ ਜੀ ਕਹਿੰਦੇ ਤੂੰ ਮਿੱਤਰ ਬਣਾ ਉਸ ਮਾਲਕ ਨੂੰ, ਮਿੱਤਰ ਬਣਾ ਗੁਰੂ ਨੂੰ, ਤੇਰਾ ਸਾਥ ਕਦੀ ਛੱਡੇਗਾ ਨਹੀਂ। ਆ ਜਿੰਨੇ ਦੁਨੀਆ ਦੇ ਮਿੱਤਰ ਨੇ ਸਾਰੇ ਸਾਥ ਛੱਡ ਜਾਣਗੇ, ਮਤਲਬ ਕਰਕੇ ਜੁੜੇ ਹੋਏ ਨੇ। ਹਾਂ, ਕੁਝ ਐਸੇ ਵੀ ਹੋਇਆ ਕਰਦੇ ਨੇ ਜਿਨ੍ਹਾਂ ਦੇ ਨਾਲ ਦਿਲ ਦਾ ਪਿਆਰ ਹੁੰਦਾ ਹੈ, ਉਹ ਸਾਥ ਦਿੰਦੇ ਨੇ, ਪਰ ਇੱਕ ਸਮਾਂ ਐਸਾ ਵੀ ਆਉਂਦਾ ਹੈ ਜਦੋਂ ਉਹਨਾਂ ਦਾ ਸਾਥ ਵੀ ਟੁੱਟ ਜਾਂਦਾ ਹੈ। ਉਹ ਸਾਥ ਕਦੋਂ? ਜਦੋਂ ਇਨਸਾਨ ਦੀ ਮੌਤ ਹੁੰਦੀ ਹੈ, ਉਹ ਸਾਥ ਵੀ ਟੁੱਟਦਾ ਹੈ। ਪਰ ਗੁਰੂ ਦੇ ਨਾਲ ਮਿੱਤਰਤਾ, ਪਰਮਾਤਮਾ ਦੇ ਨਾਲ ਪਾਈ ਹੋਈ ਮਿੱਤਰਤਾ ਜਿਹੜੀ ਹੈ, ਨਾ ਤਾਂ ਸੰਸਾਰ ਦੇ ਵਿੱਚ ਰਹਿੰਦਿਆਂ ਛੁੱਟੇਗੀ ਤੇ ਨਾ ਹੀ ਮੌਤ ਤੋਂ ਬਾਅਦ ਉਹ ਪਰਮਾਤਮਾ ਕਦੇ ਸਾਥ ਛੱਡੇਗਾ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਇਹੀ ਗੱਲ ਸਾਨੂੰ ਸਮਝਾ ਰਹੇ ਨੇ, ਸਾਡੀਆਂ ਅੱਖਾਂ ਤੋਂ ਪਰਦਾ ਚੁੱਕਦੇ ਪਏ ਨੇ ਕਿ ਸਮਝ ਜਾ, ਇਹ ਸੰਸਾਰ ਦੀ ਅਸਲੀਅਤ ਹੈ ਕਿ ਸੁੱਖ ਦੇ ਵਿੱਚ ਤਾਂ ਸਾਥ ਦੇਣ ਵਾਸਤੇ ਆ ਜਾਂਦੇ ਨੇ, ਦੁੱਖ ਦੇ ਵਿੱਚ ਕੋਈ ਸਾਥ ਨਹੀਂ ਦਿੰਦਾ। ਤੇ ਜੇਕਰ ਕੋਈ ਦੁੱਖ ਦੀ ਘੜੀ ਦੇ ਵਿੱਚ ਸਾਥ ਦੇਣ ਵਾਲਾ ਹੈ ਤਾਂ ਉਹ ਇੱਕ ਪਰਮਾਤਮਾ ਹੈ। ਜੇਕਰ ਤੂੰ ਉਹਨੂੰ ਮਿੱਤਰ ਬਣਾ ਲੈ, ਤੇਰਾ ਜੀਵਨ ਸਫਲ ਹੋ ਜਾਏਗਾ। ਸਾਹਿਬ ਜੀ ਕਹਿੰਦੇ ਸੁੱਖ ਮੈਂ, ਸਾਧ ਸੰਗਤ ਦਾ ਜਿਹੜਾ ਲਫ਼ਜ਼ ਹੈ ਨਾ ਮੈਂ, ਇਹਦੇ ਵੱਲ ਧਿਆਨ ਦਿਓ ਖਾਸ ਕਰਕੇ, ਕਿਉਂਕਿ ਇਹਨੂੰ ਪੜ੍ਹਨ ਲੱਗਿਆਂ ਆਪਾਂ ਮੈਂ ਪੜ੍ਹ ਜਾਵਾਂਗੇ ਬਿੰਦੀ ਦੇ ਨਾਲ, ਉੱਥੇ ਬਿੰਦੀ ਨਹੀਂ ਹੈ, ਬਿੰਦੀ ਦੇ ਨਾਲ ਪੜ੍ਹ ਜਾਵਾਂਗੇ ਸੁੱਖ ਮੈਂ ਬਹੁ ਸੰਗੀ। ਮੈਂ ਨਹੀਂ ਇਹਦਾ ਪ੍ਰੋਨੰਸੀਏਸ਼ਨ, ਇਹਨੂੰ ਆਪਾਂ ਬੋਲਾਂਗੇ ਸੁੱਖ ਮੈਂ ਵਿਦਆਊਟ ਬਿੰਦੀ। ਸੁੱਖ ਮੈਂ ਦਾ ਮਤਲਬ ਹੈ ਵਿੱਚ, ਸੁੱਖ ਵਿੱਚ।
ਬਹੁਤ ਸੰਗੀ ਪਏ, ਬੜੇ ਸਾਥੀ ਬਣ ਗਏ। ਦੁੱਖ ਮੈਂ ਦੁੱਖ ਵਿੱਚ ਸੰਗ ਨਾ ਕੋਏ, ਕੋਈ ਸਾਥੀ ਨਹੀਂ। ਕਹੋ ਨਾਨਕ ਹਰ ਭਜ ਮਨਾ, ਅੰਤ ਸਹਾਈ ਹੋਏ। ਉਸ ਰੱਬ ਨੂੰ ਯਾਦ ਕਰ, ਤੇਰਾ ਉਹ ਸਾਥੀ ਬਣ ਜਾਏਗਾ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕੀਤਾ ਹੋਇਆ ਪਾਵਨ ਵਚਨ ਸਾਡੀ ਸਮਝ ਵਿੱਚ ਆ ਜਾਏ, ਕਿਤੇ ਅਸੀਂ ਵੀ ਇਸ ਨੂੰ ਆਪਣਾ ਮਿੱਤਰ ਬਣਾ ਸਕੀਏ। ਕਿਉਂਕਿ ਸਾਹਿਬ ਜੀ ਕਹਿੰਦੇ, ਜੇਕਰ ਤੂੰ ਕੁਝ ਮਿੱਤਰ ਬਣਾਉਣਾ ਚਾਹੁੰਦਾ ਹੈ ਤੇ ਇੱਕ ਕੰਮ ਕਰ, ਪੱਕਾ ਮਿੱਤਰ ਬਣਾ। ਕੱਚੇ ਸਾਥ ਛੱਡ ਜਾਣਗੇ, ਪੱਕਾ ਸਾਥ ਨਹੀਂ ਛੱਡੇਗਾ। ਸੋ ਪੱਕਾ ਮਿੱਤਰ ਬਣਾ। ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਉਹੀ ਜੀਵਨ ਦੇ ਵਿਛੜੇ, ਕੋਈ ਮੋਇਆ ਨਾ ਜਾਹੀਂ ਛੋੜ। ਇਹ ਮਿੱਤਰ ਸਾਡਾ ਕਿਤੇ ਬਣ ਜਾਏ। ਗੁਰੂ ਰਹਿਮਤ ਕਰੇ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਲੈਣਾ ਜੀ। ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।